वाहिगुरु जी का खालसा वाहिगुरु जी की फतेह। सतनाम श्री वाहिगुरु जी। बाणी गुरु गुरु है बाणी, विच बाणी अमृत सारे। गुरबाणी कहे सेवक जन मन, प्रतख गुरु निस्तारे। बाणी बिरलो विचार सी, जे को गुरमुख होए। एह बाणी महापुरख की, निज घर वासा होए। वाहिगुरु जी राग बिलावल महला पंजवा। चौपदे दो पदे घर छेवा, एक ओंकार। सतगुरु प्रसाद, मेरे मोहन सरमणीय न सुनाए। साकत गीत नाद तुन गावत, बोलत बोल जाए। मेरे मोहन सरवणी ए न सुनाए। साकत गीत नाद तुन गावत, बोलत बोल जाए। रहा सेवत सेव सेव साध सेव, सदा करूं कीर्ताए। अपाय दान पाऊं पुरख दाते, मिल संगत हर गुण गाए। रसना अगाय अगाय गुण रहती, नैन दर्श रंग लाए। हो कृपाल दीन दुख भंजन, मोहे चरण हृदय वसाए। सब हूँ तलाए तलाए सब ऊपर, ए दृष्ट दृष्टाए। अवमान कोई 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 कोई, हूँ मैं को सतगुर मंत्र दौड़ाए। अतुल 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 ने तुलिया, भगत वचल कृपाए। जो जो शरण पर्यो गुरु नानक,
अभय दान सुख पाए। अतुल 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 ने तुलिया भगत बचल कृपाए। जो जो शरण पर्यो गुरु नानक अभय दान सुख पाए। वाहिगुरु जी का खालसा वाहिगुरु जी की फतेह। गुरु चरणों में हाजरियां भर रही गुरु प्यारी गुरु सवारी सत्संग जी वावड़ भागे हो। बाला प्रीतम सतगुरु गुरु हरकृष्ण साहिब पातशाह जी दे पावन सचखंड दरबार दियां हाजरियां भरदे होए गुरु जस सरवण कर लाहा प्राप्त किया है। सत्संग समा है लड़ीवार गुर शब्द की विचार कथा का शब्द की विचार आप जी ने सरवण करवा रहे हैं। सत्कारयोग सिंह साहब ज्ञानी रणजीत सिंह जी इस पावन स्थान के हेड ग्रंथी साहब आओ इन्हों कोलों रबी बाणी अलाही बाणी की शब्द विचार कर गुरमत की विचार सरवण कर लाह प्राप्त करिए जी। वाहिगुरु जी का खालसा वाहिगुरु जी की फतेह। सतनाम करता पुरख निर्भव निर्वैर अकाल मूरत अजूनी सैभं गुर प्रसाद। जिता जियो पिंड सब तेरा तू अंतर जामी पुरख भगवान। दासन दास कहे जन नानक जेहा तू कराहें तेहा हाँ करी बखिया। गुरु सवारे खालसा जी वाहिगुरु जी का खालसा वाहिगुरु जी की फतेह। अज जुगो जुग अटल छतर चवर तखत दे मालक तन तन श्री गुरु ग्रंथ साहिब पातशाह महाराज जी का गुरता गद्दी गद्दी निशीनी गुरपुरब है। वो दिहाड़ा जदों 10वें पातशाह ने गुरु कलगीधर पिता ने ये जिहड़ी गुरु नानक देव महाराज ने अपनी जोत अपनी जुगत अगे गुरु शरीरां दे विच प्रगट करन दी प्रथा आरंभ कीती सी। अगों उसनूं विराम दिंदियां
ਸਦਾ ਸਦਾ ਵਾਸਤੇ ਖਤਮ ਕਰਦੇ ਹਾਂ ਨਾਂਦੇੜ ਦੀ ਧਰਤੀ ਤੇ, ਜਿਸ ਨੂੰ ਅਸੀਂ ਅਬਚਲ ਨਗਰ ਹਜੂਰ ਸਾਹਿਬ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਉਂਦੇ ਹਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਰਿਕਰਮਾ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕਦੇ ਹਾਂ। ਜੋ ਸਾਨੂੰ ਹੁਕਮ ਕੀਤਾ ਸੀ ਉਹ ਅਸੀਂ ਅਰਦਾਸ ਤੋਂ ਬਾਅਦ ਜੋ ਦੋਹਰਾ ਪੜ੍ਹਿਆ ਜਾਂਦਾ ਹੈ ਹਰ ਰੋਜ਼, ਉਸ ਦੇ ਅੰਦਰ ਦ੍ਰਿੜ ਕਰਦੇ ਹਾਂ। ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕਾ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅੱਜ ਇਹ ਪਵਿੱਤਰ ਪਾਵਨ ਗੁਰਪੁਰਬ ਹੈ। ਆਪ ਸਮੂਹ ਸੰਗਤ ਨੂੰ ਸਮੂਹ ਨਾਨਕ ਨਾਮ ਲੇਵਾ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ। ਅਗਰ ਆਪ ਜੀ ਨੂੰ ਕੋਈ ਪੁੱਛੇ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸਭ ਤੋਂ ਵੱਡੀ ਬਖਸ਼ਿਸ਼ ਆਪਣੀ ਕੌਮ ਵਾਸਤੇ, ਆਪਣੀ ਉਮਤ ਵਾਸਤੇ, ਆਪਣੇ ਪੈਰੋਕਾਰਾਂ ਵਾਸਤੇ ਜਾਂ ਇਸ ਸਮੁੱਚੇ ਸੰਸਾਰ ਵਾਸਤੇ ਕੀ ਹੈ, ਤਾਂ ਇਸ ਗੱਲ ਨੂੰ ਜ਼ਰੂਰ ਦ੍ਰਿੜ ਕਰ ਲੈਣਾ। ਖਾਲਸੇ ਦੀ ਸਾਜਨਾ ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਹੋਈ ਸੀ, ਉਸ ਤੋਂ ਵੀ ਵੱਡੀ ਬਖਸ਼ਿਸ਼ ਅੱਜ ਦੇ ਦਿਨ ਵਾਲੀ ਹੈ। ਜੋ ਪ੍ਰਗਟ ਰੂਪ ਦੇ ਵਿੱਚ ਅੱਜ ਆਪਾਂ ਵੇਖਦੇ ਹਾਂ ਕਿ ਅੱਜ ਗੁਰੂ ਘਰਾਂ ਦਾ ਪ੍ਰਬੰਧ ਚਲਾਉਣ ਵਾਸਤੇ ਜਦੋਂ ਕੋਈ ਪ੍ਰਧਾਨ ਚੁਣਨਾ ਹੁੰਦਾ ਹੈ ਤੇ ਉੱਥੋਂ ਦੀਆਂ ਸੰਗਤ ਦੀਆਂ ਬਾਹਾਂ ਤੋੜੀਆਂ ਜਾਂਦੀਆਂ ਨੇ, ਪੱਗਾਂ ਉਤਾਰੀਆਂ ਜਾਂਦੀਆਂ ਨੇ। ਇੱਥੋਂ ਤੱਕ ਕਿ ਕਈ ਤਰੀਕਿਆਂ ਦੇ ਨਾਲ ਅਸੀਂ ਇੱਕ ਦੂਜੇ ਦੀਆਂ ਇੱਜ਼ਤਾਂ ਵੀ ਉਛਾਲਣ ਤੋਂ ਸੰਕੋਚ ਗਰੇਜ ਨਹੀਂ ਕਰਦੇ। ਤੇ ਜੇ ਕਿਤੇ ਸਾਨੂੰ ਅੱਜ ਆਪਣੇ ਗੁਰੂ ਦੀ ਇਸ ਤਰ੍ਹਾਂ ਚੋਣ ਕਰਨੀ ਪੈਂਦੀ, ਪਤਾ ਨਹੀਂ ਇਹ ਊਠ ਕਿਹੜੀ ਕਰਵਟ ਜਾ ਕੇ ਬੈਠਦਾ, ਅੱਜ ਸਾਡੀ ਕੀ ਅਧੋਗਤੀ ਹੁੰਦੀ, ਅਸੀਂ ਕਿੰਨਾ ਦੁਸ਼ਵਾਰੀਆਂ ਵਿੱਚੋਂ ਲੰਘਿਆ ਕਰਦੇ। ਇਹ ਸਭ ਤੋਂ ਵੱਡਾ ਪਰਉਪਕਾਰ ਹੈ ਗੁਰੂ ਕਲਗੀਧਰ ਪਿਤਾ ਜੀ ਦਾ ਕਿ ਉਹਨਾਂ ਨੇ ਰਹਿੰਦੀ ਦੁਨੀਆ ਤੱਕ ਸਮੁੱਚੇ ਸੰਸਾਰ ਦੀ ਰਹਿਨੁਮਾਈ ਕਰਨ ਵਾਸਤੇ, ਕਿਉਂਕਿ ਇਹ ਗਲਤੀ ਕਦੇ ਨਾ ਕਰਨੀ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਹ ਸਮੁੱਚੇ ਜਗਤ ਦੇ ਹਨ। ਕੋਈ ਇਹ ਹਿਮਾਕਤ ਨਹੀਂ ਕਰ ਸਕਦਾ ਕਿ ਕੋਈ ਇਸ ਨੂੰ ਮੱਥਾ ਟੇਕਣ ਤੋਂ ਕਿਸੇ ਨੂੰ ਰੋਕ ਸਕੇ, ਕੋਈ ਇਹਦੀ ਬਾਣੀ ਪੜ੍ਹਨ ਤੋਂ, ਕੋਈ ਇਹਦੀ ਬਾਣੀ ਗਾਉਣ ਤੋਂ, ਕੋਈ ਇਹਦੀ ਬਾਣੀ ਸੁਣਨ ਤੋਂ ਕੋਈ ਕਿਸੇ ਨੂੰ ਮਨਾ ਕਰ ਸਕੇ।
ਇਹ ਕਿਸੇ ਦੀ ਹਿੰਮਤ ਨਹੀਂ ਹੈ। ਹਾਂ, ਇੱਕ ਗੱਲ ਪੰਥ ਨੇ ਜਿਹੜੀ ਪੰਥਕ ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਵਾਨਿਤ ਕਰਵਾ ਕੇ ਸਾਨੂੰ ਬਖਸ਼ੀ ਹੈ, ਉਹਦੇ ਵਿੱਚ ਬਿਲਕੁਲ ਸਿਧਾਂਤਕ ਇੱਕ ਗੱਲ ਜਿਹੜੀ ਹੈ ਉਹ ਦਰਜ ਕਰ ਦਿੱਤੀ ਹੈ ਕਿ ਜਦੋਂ ਦੀਵਾਨ ਸਜੇ, ਜਦੋਂ ਦਰਬਾਰ ਲੱਗਿਆ ਹੋਵੇ, ਉਸ ਵੇਲੇ ਇਸ ਗੁਰੂ ਮਹਾਰਾਜ ਦੀ ਤਾਬਿਆ ਅਤੇ ਉਸ ਵੇਲੇ ਇਹਦੀ ਹਜ਼ੂਰੀ ਦੇ ਵਿੱਚ ਜਦੋਂ ਦੀਵਾਨ ਸਜਿਆ ਹੋਵੇ, ਸਟੇਜ ਲੱਗੀ ਹੋਵੇ, ਤੇ ਕੋਈ ਵੀ ਉਹ ਮਨੁੱਖ ਉਪਦੇਸ਼ਕ ਬਣ ਕੇ ਨਹੀਂ ਬੈਠ ਸਕਦਾ, ਨਾ ਕੋਈ ਪ੍ਰਚਾਰ ਕਰ ਸਕਦਾ ਹੈ ਜੇ ਉਹ ਆਪ ਗੁਰੂ ਦੇ ਅਸੂਲਾਂ ਦਾ, ਗੁਰੂ ਦੇ ਬਖਸ਼ੇ ਹੋਏ ਜਿਹੜੇ ਪ੍ਰਿੰਸੀਪਲ ਨੇ, ਉਹ ਉਹਨਾਂ ਦਾ ਧਾਰਨੀ ਨਹੀਂ ਹੈ। ਮਾਡਲ ਟਾਊਨ ਤੋਂ ਬਹੁਤ ਗੁਰੂ ਪਿਆਰ ਵਾਲੇ ਸਰਦਾਰ ਸਾਹਿਬ, ਉਹਨਾਂ ਨੇ ਅੱਜ ਤੋਂ 20 ਸਾਲ ਪਹਿਲਾਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਕਿ ਕੋਈ ਸਿੱਖ ਟੋਪੀ ਧਾਰਨ ਨਾ ਕਰੇ। ਬਕਾਇਦਾ ਉਹਨਾਂ ਨੇ ਛੋਟੀਆਂ ਛੋਟੀਆਂ ਇਹ ਪਲੇਟਾਂ ਬਣਵਾ ਕੇ ਗੁਰੂ ਘਰਾਂ ਦੇ ਵਿੱਚ ਲਵਾਈਆਂ। ਨਿੱਜੀ ਤੌਰ ਤੇ ਵੀ ਉਹ ਸਾਰਾ ਦਿਨ ਇਸੇ ਕੰਮ ਲਈ ਤੁਰੇ ਫਿਰਦੇ ਸੀ। ਇੱਕ ਦਿਨ ਉਹਨਾਂ ਨੇ ਸਰਦਾਰ ਬਿਸ਼ਨ ਸਿੰਘ ਬੇਦੀ ਨੂੰ ਆਪਣੇ ਘਰ ਬੁਲਾਇਆ, ਮੈਨੂੰ ਵੀ ਬੁਲਾਇਆ, ਉਹਨਾਂ ਕੋਲੋਂ ਪ੍ਰੋਮਿਸ ਲਿਆ, ਉਹਨਾਂ ਦਾ ਸਨਮਾਨ ਕੀਤਾ ਆਪਣੇ ਘਰ ਵਿੱਚ, ਔਰ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਮੈਂ ਕਦੇ ਸਿਰ ਤੇ ਹੁਣ ਉਹ ਬੱਚਿਆਂ ਵਾਲਾ ਪਟਕਾ ਬੰਨ ਕੇ ਜਿਹੜਾ ਮੈਂ ਕਦੇ ਪਾ ਕੇ ਕ੍ਰਿਕਟ ਖੇਡਦਾ ਸੀ, मैं आप जी ਨੂੰ ਬੇਨਤੀ ਕਰਾਂ, आगाज तो अच्छा है अंजाम खुदा जाने। जिस दिन छोटी जी एक रमाल रख के और रबड़ जिहड़ी उत्ते बच्चों के जूड़े ते पाई जाती सी, सिख जिहड़े खिडारी सन वो खेडिया करते सी। बिशन सिंह बेदी होरां ने एक पटका लैके आंदा जिहड़ा तनिया वाला सी। अज तकरीबन स्कूल बच्चे उही बन के जाते ने। केसां दी संभाल वास्ते वो कोई गल छोटी नहीं सी, नवीं सी, वड्डी सी, पर समा पा के वो गल भी साडे वास्ते एक बहुत वड्डी एक रुकावट बन गई कि बच्चे कॉलेज तक भी उही पटका बन के जान लग गए। अखीर उन्होंने बेनती की, तुसी साडे स्टार प्रचारक हो, तुसी रोज टीवी ते आउने हो, इथों तक एक होर क्रिकेटर जिहदे तो टोपी शुरू हुई सी, उन्होंने भी पटियाले जथेदार अकाल तख्त साहब ने बुला के कहा, उसने भी वादा किया कि अज तो बाद मैं टीवी दे सामने कदे नहीं जावांगा। मैं उस वेले दी बेनती करदा कि जदों बच्चियां नूं इदां असीं रोकिया ते उस वेले दे साडे गुरु घर दे इन्हां अस्थानां ते एक कीर्तन करन वाले एक सज्जन वो टोपी पा के बैठ के कीर्तन करया करदे सी। बच्चियां ने कहना शुरू कर दिता कि अगर ये सज्जन टोपी पा के कीर्तन कर सकदा है ते असी टोपी पा के मत्था नहीं टेक सकते। फिर उन्होंने रोकया गया भी तुसी कीर्तन नहीं करना, पर उन्हों की वडियाई है इस गल की, उन्होंने शाबाश है कि उन्होंने फिर अमृत छक लिया। वो कहते जी मैं कीर्तन ते करांगा, पर मैं ये लिए अमृत छकन वास्ते भी तैयार हाँ। उन्होंने छक लिया, ये उन्हों की वडियाई है।
ਸੋ ਇਹ ਤਾਂ ਇੱਕ ਮੱਦ ਲਿਖੀ ਗਈ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਿੰਸੀਪਲਾਂ ਦਾ, ਸਿਧਾਂਤਾਂ ਦਾ ਆਪ ਧਾਰਨੀ ਨਹੀਂ ਹੈ, ਉਹ ਇਹਨਾਂ ਅਸਥਾਨਾਂ ਤੇ ਉਪਦੇਸ਼ਕ ਬਣ ਕੇ ਨਹੀਂ ਬੈਠ ਸਕਦਾ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਸੇ ਨੂੰ ਪੜਨ ਤੋਂ ਆਪਾਂ ਨਹੀਂ ਰੋਕ ਸਕਦੇ। ਅੱਜ ਵੀ ਅਸੀਂ ਇਹੀ ਗੱਲ ਪੁੱਛਦੇ ਹਾਂ ਬਾਹਰ ਕਿ ਭਰਾ ਜੀ ਤੁਹਾਡੇ ਕੋਲੇ ਕੋਈ ਨਸ਼ਾ ਆਦਿਕ ਤੇ ਨਹੀਂ, ਖਾਦਾ ਤੇ ਨਹੀਂ, ਲੈ ਕੇ ਤੇ ਨਹੀਂ ਆਏ? ਪੈਰ ਧੋ ਲਓ, ਸਿਰ ਢੱਕ ਲਓ, ਆਪਣੇ ਜੋੜੇ ਜਮਾ ਕਰਾ ਦਿਓ। ਕੋਈ ਨਸ਼ੀਲੀ ਵਸਤੂ ਹੈ ਤੇ ਉਸ ਨੂੰ ਤਿਆਗ ਕੇ ਆਪ ਸਾਫ ਸੁਥਰੇ ਬਣ ਕੇ ਆਓ। ਪਰ ਸੱਚ ਇਹ ਹੈ ਕਿ ਜਿਹੇ ਦਰ ਆਵਤ ਜਾਤੇ ਹੋ ਹਟਕੈ ਨਾਹਨ ਕੋਏ, ਇਹ ਉਹ ਘਰ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਘਰ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਦਰ ਹੈ, ਇੱਥੇ ਕਦੇ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਜਗਤ ਦਾ ਗੁਰੂ ਹੈ। ਪਰ ਸਾਡੀ ਇੱਕ ਗੱਲ ਦੀ ਕਮਜ਼ੋਰੀ ਹੈ। ਇਹਦਾ ਅਰਥ ਇਹ ਨਹੀਂ ਕਿ ਬਤੌਰ ਸਿੱਖ ਇਸ ਗੁਰੂ ਨੂੰ ਆਪਣਾ ਗੁਰੂ ਮੰਨਦਿਆਂ ਹੋਇਆਂ ਕੁਝ ਗੱਲਾਂ ਦੇ ਪ੍ਰਤੀ ਸਾਡੀ ਇੱਕ ਜ਼ਿੰਮੇਵਾਰੀ ਵੀ ਹੈ। ਔਰ ਇਸ ਗੱਲ ਦਾ 18ਵੀਂ ਸਦੀ ਦੇ ਸਿੱਖਾਂ ਨੇ ਪ੍ਰਮਾਣ ਵੀ ਦਿੱਤਾ ਹੈ। ਜਿਸ ਦਿਨ ਵੱਡਾ ਘੱਲੂਘਾਰਾ ਹੋਇਆ, 60,000 ਸਿੱਖਾਂ ਦੇ ਵਿੱਚੋਂ ਕੁੱਲ ਗਿਣਤੀ ਸਿੱਖਾਂ ਦੀ 60,000, 30,000 ਸਿੱਖ ਸ਼ਹੀਦ ਹੋ ਗਏ। ਤੇ ਜਦੋਂ ਇੱਕ ਸਿੱਖ ਨੇ, ਇਤਿਹਾਸ ਨੇ ਉਹਨਾਂ ਦਾ ਨਾਮ ਬਾਬਾ ਬਨੋਦ ਸਿੰਘ ਲਿਖਿਆ ਹੈ, ਸੋਦਰ ਦਾ ਰਹਿਰਾਸ ਸਾਹਿਬ ਜੀ ਦਾ ਪਾਠ ਕਰਕੇ ਇੱਕ ਅਰਦਾਸ ਕੀਤੀ ਸੀ ਕਿ ਐ ਗੁਰੂ ਕਲਗੀਧਰ ਪਿਤਾ, ਤੂੰ ਸਾਨੂੰ ਹੁਕਮ ਕਰਕੇ ਗਿਆ ਕਿ ਅਸੀਂ ਇਸ ਗ੍ਰੰਥ ਨੂੰ ਗੁਰੂ ਕਰਕੇ ਮੰਨਣਾ ਹੈ। ਤਾਂ ਫਿਰ ਅੱਜ ਆ ਵੇਖ, ਇਸ ਕੋਪਰ ਹੀੜੇ ਦੇ ਅਸਥਾਨ ਤੇ ਕੀ ਵਾਪਰਿਆ ਹੈ, ਇਸ ਏਡੇ ਵੱਡੇ ਘੱਲੂਘਾਰੇ ਦੇ ਵਿੱਚ ਕੀ ਹੋਇਆ ਹੈ। ਅੱਜ ਅੱਧੀ ਕੌਮ ਖਤਮ ਹੋ ਗਈ ਹੈ। ਮੇਰੀ ਬੇਨਤੀ ਹੈ, ਇਹ ਬਾਜਾਂ ਵਾਲਿਆ, ਇਹ ਕਲਗੀਧਰ ਪਿਤਾ, पंथ की रही तो ग्रंथ की रहेगी नाथ, पंथ की ना रही तो ग्रंथ कौन मानेगा। साडी छड़, अद्धे अज मरे अद्धे कल मर जावांगे असी, पर जेड़ा तू हुक्म कीता है कि ग्रंथ नूं गुरु मनना है, हुण तू फैसला कर भी मनना है कि नहीं मनना। जे मनना है तो फिर इस मत्था टेकण वाले पंथ दी तेनू बॉडी करनी पवेगी, रखिया करनी पवेगी। जे ते चवर चलाने ने, जे ते छतर चलाने ने, जे इस ग्रंथ नूं गुरु करके मथे टकाने ने, ते कलगीधर पिता अज अपने पंथ दी आके बांह फड़। अद्धी कौम अज शहीद हुई है, इहो समा रहा अबदाली नाल लड़दियां अद्धी कल मुक जाएगी। पर इस सब सच होने के बावजूद जिहड़ी गल डॉक्टर राधा कृष्णन जी ने कही है, वाहिद दुनिया दे विच इक्को ही ग्रंथ है। धर्म ग्रंथ बहुत ने, पर उन्हां धर्म ग्रंथां विच इक्को ही ग्रंथ है जिहड़ा समुचे संसार नूं अपने कलावे विच लै सकदा है, जिहड़ा समुचे संसार दी रहनुमाई कर सकदा है। तो मेरी उन्हां वीरां नूं दो हाथ जोड़ के बेनती है, जिहड़े गुरु ग्रंथ साहब जी दे अर्थ करन लगिया पंजाब तो बाहर नहीं निकलते, वो तो शंभू बार्डर नहीं पार करते अंबाले वाला, वो तो दिल्ली तक नहीं पहुंचते, उन्हें दुनिया तक की पहुंचना है। पहला दुनिया नूं समझो
ये संसार जिहदी गिनती 6 अरब हो चुकी है, 600 करोड़, ये उन्हां सारियां दा गुरु है। इहदा उपदेश उन्हां सारियां दे वास्ते है, हर मनुख मात्र दे वास्ते है। इहदी मर्यादा बन्नण लगिया, इहदे असूल समझाउण लगिया, इहदे प्रिंसीपल दसन लगिया, इस गल का ध्यान जरूर रखो। बहुती वारी हुंदा इदां ही है कि गुरु ग्रंथ साहब जी दे अर्थ मैं कर रहा तो मैं उन्नी करांगा जिन्नी कि मैनू अकल है। मैं तो गल मनदा कि दुनिया दे विच कोई व्यक्ति ऐसा नहीं जे जिहड़ा अपनी अकल नालों सियाणी गल कर सकदा होवे। जिन्नी अकल दा मालक होएगा उन्नी की गल करेगा। जिन्नी किसी दी मत होवेगी, जिन्नी किसी दी बुद्ध होवेगी, उन्ना की उहदा ज्ञान होवेगा। अधूरा ज्ञान लैके, उधारा ज्ञान लैके कदों तक वो चलेगा। अज वैसे बहुती दुनिया इदां ही तुरी जाती है। उधारा ज्ञान है, इधरों फड़ लिया, इधरों फड़ लिया, मंग पिन के इकट्ठा कर लिया, ते अधूरा ज्ञान है। आप नूं अकल कोई नहीं तो दुनिया नूं समझाउण दी कहंदा जी मैं ठेकेदारी चुकी हुई है। गुरु ग्रंथ साहब जी का उपदेश इस समुची मानवता वास्ते है, मनुखता वास्ते है। एक गल जिहड़ी अज साडे विच बड़े अंदर खाते प्रचारी जा रही है, वो जी नेक कलंक अवतार कदों आएगा। गुरु ग्रंथ साहब जी तो वड्डा कोई नेक कलंक अवतार हो नहीं सकता, है भी नहीं, होना भी नहीं। अज इस गुरु ग्रंथ साहब महाराज नूं एक कमरे दे विच आप जी प्रकाशमान करदे हो, उहदा दरवाजा ब्लाइंड होवे, ट्रांसपेरेंट ना होवे, शीशे वाला ना होवे, बंद होवे, जिवें लकड़ी दे दरवाजे हुंदे ने, लोहे दे दरवाजे हुंदे ने। कोई बच्ची, कोई भैन, कोई साडी मां 12 घंटे गुरु ग्रंथ साहब जी दे कोल बैठ के बाणी पढ़ के सिमरन साधना करके बाहर आ जाए, कोई कलंक है? कोई कह सकता है बीबी तू अंदर कली की करदी सी? तो लियाओ दुनिया का कोई ब्रह्म ज्ञानी लभ के उन्होंने बिठाओ उसे कमरे विच कल्ले नूं, ते किसी बीबी नूं 5 मिनट घल दिओ ते पुछो भी उहदे उस बाबे दे कलंक धोते जा सकते ने? ये जग कौआ मुख चुंच ज्ञान, ये दुनिया ने नहीं बख्शना। बीबी नूं पुछना है तू बाबे कोल कली की करदी सी, ते जाके बाबे नूं भी पुछना है अगलिया ने, ये बाबा जी बीबी तुहाडे कोल कली की करदी सी? मैं फिर बेनती करा, अधूरा ते उधारा ये ज्ञान चुक के ना असी भजे ही फिरदे हां, भजे ही फिरदे हां। एक विद्वान ने बड़ी सोहनी कथा सुनाई है। वो कहते सुनियारे की दुकान ते जाओ, सुनियारे दे कोल एक कुठाली हुंदी है, कटोरी जी। वो उस कटोरी दे विच कोई भी आदमी जदों सोना लैके आउंदा है ਉਹਦੇ ਵਿੱਚ ਪਾਉਂਦਾ है। कहते जिन्ना चिर सोने विच मिलावट हुंदी है ना, सोना कुठाली विच भज्जा ही फिरदा है, रुकदा नहीं है। सोना अशुद्ध है, सोना शुद्ध है, सोने विच मलम्मा है, सोने विच मिलावट है। ये सोना हुण 24 कैरेट है, बिल्कुल प्योर है।
ਇਹਦਾ ਕਿਵੇਂ ਪਤਾ ਲੱਗਦਾ ਹੈ? ਫਿਰ ਉਹਦੀ ਉਹ ਮਿਲਾਵਟ ਕਿਵੇਂ ਦੂਰ ਹੁੰਦੀ ਹੈ? ਸੁਨਿਆਰਾ ਇੱਕ ਦੀਵਾ ਜਗਾਉਂਦਾ ਹੈ, ਆਪਣੇ ਮੂੰਹ ਦੇ ਵਿੱਚ ਇੱਕ ਪਾਈਪ ਪਾਉਂਦਾ ਹੈ ਜਿਹਦੇ ਵਿੱਚੋਂ ਹਵਾ ਕ੍ਰਾਸ ਹੋ ਸਕਦੀ ਹੈ, ਲੰਘ ਸਕਦੀ ਹੈ। ਉਹ ਐਲ ਸ਼ੇਪ ਦੀ ਹੁੰਦੀ ਹੈ, ਕਦੇ ਸਿੱਧੀ ਨਹੀਂ ਹੁੰਦੀ। ਉਸ ਨੂੰ ਆਪਣੇ ਮੂੰਹ ਵਿੱਚ ਪਾ ਕੇ ਫੂਕ ਮਾਰਦਾ ਹੈ। ਉਹ ਦੀਵੇ ਦੀ ਲਾਟ ਜਿਹੜੀ, ਅੱਗ ਜਿਹੜੀ ਹੈ, ਉਹਨੂੰ ਕੁਠਾਲੀ ਤੱਕ ਲੈ ਕੇ ਜਾਂਦਾ ਹੈ। ਉਹ ਉਸ ਸੋਨੇ ਦੇ ਵਿੱਚ ਪਈ ਮੈਲ ਮਲੰਮੇ ਨੂੰ, ਖੋਟ ਨੂੰ ਸਾੜਦਾ ਹੈ, ਤੇ ਜਦੋਂ ਸੋਨਾ ਸ਼ੁੱਧ ਹੋ ਜਾਂਦਾ ਹੈ ਉਹ ਫਿਰ ਕੁਠਾਲੀ ਵਿੱਚ ਟਿਕ ਜਾਂਦਾ ਹੈ, ਰੁਕ ਜਾਂਦਾ ਹੈ। ਸਿੱਖਾ, ਆ ਜਿੰਨਾ ਚਿਰ ਤੂੰ ਭੱਜਾ ਫਿਰਦਾ ਹੈ ਨਾ, ਮੈਂ ਤਾਂ ਸੁਣ ਕੇ ਹੈਰਾਨ ਹੋਇਆ। ਕਿਸੇ ਨੂੰ ਪੁੱਛੋ, ਕਹਿੰਦੇ ਜੀ ਅਸੀਂ ਤੇ ਬਾਬਾ ਬੁੱਢਾ ਜੀ ਦੇ ਗੁਰਦੁਆਰੇ ਜਾਣੇ। ਮੈਂ ਕਿਹਾ ਜੀ ਮੈਨੂੰ ਤਾਂ ਨਹੀਂ ਪਤਾ ਦਿੱਲੀ ਬਾਬਾ ਬੁੱਢਾ ਜੀ ਕਦੋਂ ਆਏ ਸੀ। ਕੋਈ ਕਹਿੰਦਾ ਜੀ ਅਸੀਂ ਸਾਹਿਬਜ਼ਾਦਿਆਂ ਦੇ ਗੁਰਦੁਆਰੇ ਜਾਣੇ ਆ। ਮੁਬਾਰਕ ਹੈ, ਗੁਰੂ ਕੇ ਲਾਲਾਂ ਦੇ ਨਾਮ ਤੇ ਗੁਰਦੁਆਰੇ ਦਾ ਨਾਮ ਰੱਖਣਾ ਕੋਈ ਗੁਨਾਹ ਪਾਪ ਨਹੀਂ ਹੈ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਹੋਏ ਨੇ, ਉਹਨਾਂ ਦੇ ਨਾਮ ਤੋਂ ਗੁਰਦੁਆਰੇ ਦਾ ਨਾਮ ਹੋਵੇ, ਇਹ ਕੋਈ ਪਾਪ ਨਹੀਂ, ਗੁਨਾਹ ਨਹੀਂ ਹੈ। ਉੱਥੇ ਜਾਣਾ ਵੀ ਪਾਪ ਗੁਨਾਹ ਨਹੀਂ ਹੈ। ਪਰ ਇਹ ਸੋਚਣਾ ਕਿ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਖੂਨ ਡੁੱਲਿਆ ਹੋਵੇ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨ ਪਏ ਹੋਣ, ਇਹਨਾਂ ਅਸਥਾਨਾਂ ਤੋਂ ਵੱਡੀ ਬਖਸ਼ਿਸ਼ ਕਿਤੇ ਹੋਰ ਮਿਲ ਸਕਦੀ ਹੈ? ਮੈਨੂੰ ਇੱਕ ਹਿੰਦੂ ਵੀਰ ਨੇ ਗੱਲ ਕਹੀ, ਕਹਿਣ ਲੱਗੇ ਗਿਆਨੀ ਜੀ ਅਸੀਂ ਕਿਸੇ ਸਵਾਮੀ ਜੀ ਕੋਲ ਜਾਂਦੇ ਆ, ਆਚਾਰੀਆ ਜੀ ਕੋਲ, ਉਹਨਾਂ ਨੇ ਸਾਨੂੰ ਬੰਗਲਾ ਸਾਹਿਬ ਘੱਲਿਆ। ਉਹ ਇੱਕੋ ਗੱਲ ਕਹਿੰਦੇ ਨੇ, ਹਰ ਸਟੇਟ ਦਾ ਇੱਕ ਰਾਜਾ ਹੁੰਦਾ ਹੈ। ਕਹਿੰਦਾ ਜਿਹੜਾ ਦਿੱਲੀ ਦਾ ਰਾਜਾ ਹੈ ਗੁਰੂ ਹਰਕ੍ਰਿਸ਼ਨ ਹੈ। ਅੱਜ ਕਿੰਨੇ ਹਿੰਦੂ ਪਰਿਵਾਰ ਨੇ, ਮੇਰੇ ਕੋਲ ਉਹਨਾਂ ਦੇ ਰਿਸ਼ਤੇ ਨੇ, ਕਹਿੰਦੇ ਗਿਆਨੀ ਜੀ ਲੜਕੇ ਲੱਭ ਦਿਓ, ਲੜਕੀਆਂ ਲੱਭ ਦਿਓ, ਲਾਵਾਂ ਗੁਰੂ ਗ੍ਰੰਥ ਸਾਹਿਬ ਨਾਲ ਕਰਨੀਆਂ ਨੇ। ਦੱਸੋ, ਜਿਹੜੇ ਦੂਰ ਸੀ ਉਹਨਾਂ ਨੇ ਆ ਕੇ ਪੱਲਾ ਫੜ ਲਿਆ, ਤੇ ਜਿਹੜੇ ਆਪਾਂ ਘਰ ਵਿੱਚ ਬੈਠੇ ਸਾਂ ਸਾਡੇ ਵਿੱਚ ਖੋਟ ਆ ਗਈ, ਅਸੀਂ ਭਟਕਣਾ ਸ਼ੁਰੂ ਕਰ ਦਿੱਤਾ। ਸ਼੍ਰੀ ਹਰਮੰਦਰ ਸਾਹਿਬ, ਔਰ ਬਿਲਕੁਲ ਉਸੇ ਤਰਜ਼ ਤੇ ਅੱਜ ਦਿੱਲੀ ਦੇ ਹਰ ਇਤਿਹਾਸਕ ਗੁਰਦੁਆਰੇ ਵਿੱਚ ਸ਼ਾਮ ਨੂੰ ਆਰਤੀ ਦੀ ਚੌਂਕੀ ਤੋਂ ਬਾਅਦ, ਆਰਤੀ ਦੇ ਸ਼ਬਦਾਂ ਦੇ ਗਾਇਨ ਤੋਂ ਬਾਅਦ ਇਹ ਸ਼ਬਦ ਗਾਇਆ ਜਾਂਦਾ ਹੈ ਕਿ ਥੇਰ ਘਰ ਬੈਸੋ, ਕਰੋ ਕਿਰਪਾ, ਥੇਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਉਹ ਬਹਿ ਤੇ ਜਾਓ, ਸਤਿਗੁਰੂ ਤੁਹਾਡੇ ਸਾਰੇ ਕੰਮ ਕਰੇਗਾ। ਮੈਂ ਛੋਟਾ ਜਿਹਾ ਹੁੰਦਾ ਸੀ, ਇੱਕ ਕੈਸਟ ਸੁਣਦਾ ਹੁੰਦਾ ਸੀ। ਉਹ ਕਿਸੇ ਨੇ ਬੜੇ ਵਿਅੰਗਮਈ ਢੰਗ ਦੇ ਨਾਲ ਲਿਖੀ ਕਿ ਕੋਈ ਬੰਦਾ ਪਾਣੀ ਵਿੱਚ ਡੁੱਬ ਕੇ ਮਰ ਗਿਆ। ਧਰਮ ਰਾਜੇ ਦੀ ਦਰਗਾਹ ਵਿੱਚ ਉਹਦੀ ਪੇਸ਼ੀ ਹੋਈ। ਜਦੋਂ ਉਹਨੂੰ ਸਜ਼ਾ ਸੁਣਾਈ ਜਾਣ ਲੱਗੀ ਉਹਦੇ ਕਰਮਾਂ ਦੀ, ਉਹ ਕਹਿਣ ਲੱਗਾ ਮੇਰੇ ਕਰਮਾਂ ਦੀ ਸਜ਼ਾ ਮੈਨੂੰ ਮਗਰੋਂ ਦੇਣਾ, ਪਹਿਲਾਂ ਮੈਨੂੰ ਇਨਸਾਫ ਚਾਹੀਦਾ ਹੈ। ਉਹ ਕਹਿੰਦੇ ਵੀ ਤੈਨੂੰ ਕਾਹਦਾ ਇਨਸਾਫ ਚਾਹੀਦਾ ਹੈ? ਕਹਿੰਦਾ ਜਦੋਂ ਮੈਂ ਮਰਨ ਲੱਗਿਆ, ਕਹਿੰਦਾ ਮੈਂ ਸ਼੍ਰੀ ਰਾਮਚੰਦਰ ਜੀ ਨੂੰ ਯਾਦ ਕੀਤਾ, ਫਿਰ ਮੈਂ ਸ਼੍ਰੀ ਕ੍ਰਿਸ਼ਨ ਜੀ ਨੂੰ ਯਾਦ ਕੀਤਾ, ਫਿਰ ਮੈਂ ਸੀਤਾ ਮਾਤਾ ਜੀ ਨੂੰ ਯਾਦ ਕੀਤਾ। ਮੈਨੂੰ ਇਹਨਾਂ ਅਵਤਾਰਾਂ ਨੇ ਬਚਾਇਆ ਕਿਉਂ ਨਹੀਂ? ਮੈਂ ਡੁੱਬ ਕੇ ਕਿਉਂ ਮਰਿਆ? ਪਹਿਲਾਂ ਮੈਨੂੰ ਇਹ ਇਨਸਾਫ ਚਾਹੀਦਾ ਹੈ। ਉਹਨੂੰ ਵਿਅੰਗਮਈ ਢੰਗ ਨਾਲ ਗੱਲ ਕਰਨ ਵਾਲਾ ਕਹਿੰਦਾ, ਪੁੱਛਿਆ ਸ਼੍ਰੀ ਰਾਮਚੰਦਰ ਜੀ ਤੋਂ ਪਤਾ ਕੀਤਾ ਗਿਆ ਵੀ ਕੀ ਇਹਨਾਂ ਨੇ ਤੁਹਾਨੂੰ ਯਾਦ ਕੀਤਾ ਸੀ? ਕਹਿੰਦੇ ਜੀ ਬਿਲਕੁਲ ਕੀਤਾ ਸੀ। ਕਹਿੰਦੇ ਕੀ ਹੋਇਆ? ਕਹਿੰਦੇ ਮੈਂ ਮੁਕਟ ਪਾਇਆ,
अपना धनुष बाण चुकिया, इन्हें श्री कृष्ण जी नूं याद कर लिया। कहंदे मैं वो मुकुट उतारिया, मैं धनुष बाण रखिया, मैं श्री कृष्ण जी वाला मुकुट पाया, मैं बंसरी चुकी तुरन लगा। कहंदे इन्हें सीता जी नूं याद कर लिया। कहंदे अजे मैं वो समान उतार ही रहा सी, कहंदे डुब के मर गया। कहंदे मेरा की कसूर है? साडी हालत यह है, भज्जे ही फिरदे आ। असीं ते ज्ञानी जी सवेरे इन्ने गुरुद्वारे च मत्था टेकदे हो, पुछो किहड़ा कद्दू च तीर मारदे हो तुसीं? किते अरदास विच शामिल हुंदे हो? अरदास लई आ बूहा बंद होवे ते दूजा खोल के अपने आप ही लंघ जाते हो तुसीं, क्योंकि तुहाडे मगर ते PCR लगी हुंदी है भी किते फड़ ना लवे कोई। गुरुद्वारे आउणा सिखो, गुरुद्वारे बहना सिखो। आ किन्ने गुरपुरब आए ने, गुरपुरब मनाउण वालिओ अपना गुरु मनाउणा सिखो। गुरपुरब ते मनाया गया, तू पनीर दे पकौड़े बनाते, ब्रैड दे पकौड़े बनाते, तू आइसक्रीमां वंड दित्तियां, गुरु तेरा नाराज हो गया। तेनू पता है तू अपनी अमीरी दा बड़ा शो अप कीता है, तू गुरुद्वारे दा आला दुआला गंदगी नाल भर दिता। तुहानू पता है लोग अजकल विआह शादी अपने घर च नहीं करते, बैंकट हाल जाके करते हैं। कहते जी सफाई कौन करे? मनोगे तुसी? ये गल बिल्कुल सच जे। ते जे तू कवें कि मैं गुरु लिए कीता है, तो फिर तेनू गुरु के लंगर विच जाके करना चाहिए सी, जिथे सिख पंगत विच बैठा सी, पर तेनू लग्या भी इहदे विचों मेरी मशहूरी तो निकलनी नहीं। तू क्या नहीं, जिहड़ा मान नाल बैठा है मैं इहनू आइसक्रीम नहीं देनी, मैं उन्होंने दवांगा जिहड़ा मंगता बन के आएगा मेरे कोले, लाइन ला के खड़ा होएगा, जिहड़ा मेरे अगे हाथ करके कहेगा सरदार साहब एक दे दिओ ना। सिख दी इंसल्ट करन वाले आ, तू गुरपुरब मनावेगा तेरा गुरु नहीं मनेगा। तू गुरु मनाउणा सिख, जिदन तेरा गुरु मन गया, सा सेवा कीती सफल है, जित सतगुर का मन मन्ने, सतगुर का मन मन्निया ता पाप कसंबल पन्ने। ये गुरु सारे संसार दा है। ठीक है, साडे ते एक वध जिम्मेवारी आयद है। 18वीं सदी दे सिखां नूं इस गल दा माण सी, स्वैमान सी कि साडी ड्यूटी गुरु कलगीधर पिता ने लाई है कि तुसी इस ग्रंथ नूं गुरु करके मनना है। उसे मान दे विच उन्होंने फिर ये गल कही, जिवें शब्द पढ़ते ना आपां, कदे उन्हां दे अर्थ इहो जे समय लिया के कढ़िया करो कि तेरा भरोसा प्यारे मैं लाड लड़ाया, भूले चूकै बारक तू हर पिता माया। असीं उहदे अर्थ दुनियावी करते हैं, असीं उहदे अर्थ वो करते हैं जिहदे विच कुल दुनिया की ऐश परस्ती बच्चों नूं दित्ती हुंदी है, तो फिर जदों दुख तकलीफां आउंदियां फिर आके गुरु हरकृष्ण साहब नूं ये बाणी सुणाउने आपां। सिक्खी दा परिवार ये है, सिक्खी दा रिश्ता साडा ये है भाई। अज वो पवित्र दिन है जदों सतगुरु ने सानू नेकलंक गुरु दे लड़ लाया सी। और एक गल होर दृढ़ कर लेना, 10 गुरु साहबाना दा पवित्र जीवन
ये बनते ने 239 साल 239 239 ईयर। इन्हां दा एक निचोड़ कढ़ के वेखना कि गुरु साहब ये वड्डे वड्डे गुरुद्वारे बनाउण आए सन कि वो तत्तियां तवियां ते बैन अपने सीस चांदनी चौक विच कलम करवाउण कि वो अपने बच्चों नूं नीहां विच नाउण वास्ते आए सन। नहीं, ये तो कीमत है जिहड़ी इस ग्रंथ नूं गुरु बनाउण वास्ते देनी पई। हुण एक छोटी जी उदाहरण मैं आप जी नूं दियांगा। गुरु नानक साहब ने गद्दी बख्शी गुरु अंगद साहब नूं, गुरु अंगद साहब ने गद्दी बख्शी गुरु अमरदास जी नूं, ते गुरु अमरदास जी ने अपने सेवक भाई जेठे नूं घल्लिया कि जा ये 5 पिंडां दी जमीन है, उत्थे जाके नवां नगर वसाउणा है, उहदी मोहड़ी कढणी है, उत्थे एक अमृत सरोवर दा एक तलाब बनाउणा है, उहदा टक लाउणा है। ये 2 वखरे वखरे शब्द ने। नगर वसाउणा होवे ते उहनूं शब्द नूं मोहड़ी कहंदे ने। जदों सरोवर की खुदाई शुरू की तो उत्थे टप लाया, टक लाया या टप लाया, ये दोनों शब्द बोले जाते हैं। ये जमीन मुल किन्ने खरीदी? गुरु अमरदास ने। ये नगरी वसाउणी सरोवर बनाउणा शुरू किन्ने कीता? गुरु रामदास ने। इनू पूरा किन्ने कीता? गुरु अर्जन साहब ने। उहदे विच प्रकाश किहदा कीता? गुरु ग्रंथ साहब जी का। ये इदां नहीं लगता जिदा दादे पड़दादे ने प्लाट खरीदिया होवे, पिता ने उहदी 4 दीवारी कीती होवे ते अगों पुत्र ने उत्थे आके फैक्ट्री ला ली होवे। इनू की कहोगे? ये कहोगे कि ठीक है पुत्र ने फैक्ट्री लाई है, पर इहदे पिछे दिमाग किहदा सी? कहते दादा जी का तो पहले ही बड़े टिकाणे ते कहते जमीन लैके दे गए। जिथे गुरु ग्रंथ साहब जी का पहला प्रकाश होना सी, पहला उत्थे नवीं नगरी वसाई गई, उत्थे अमृत सरोवर बनाया गया, उहदे विच हरिमंदर बनाया गया, उहदे विच बाणी की मर्यादा का एक विधान निजमत किया गया जिहड़ा उत्थे कीर्तन हुंदा है। फिर उहदे विच गुरु ग्रंथ साहब जी का प्रकाश किया गया। यह हो गया 5वें गुरु तक। गुरु नानक साहब तो लैके 5 गुरुआं तक। अगले 5 गुरुआं दे समय विच जे गुरु अर्जन साहब ये ग्रंथ ना तैयार कर दे, जे गुरु रामदास वो नगरी ना वसाउंदे, जे गुरु अमरदास वो जमीन मुल ना लैंदे, जे गुरु नानक साहब बाणी उचारदिया ना कहंदे मरदानिया रबाब छेड़, बाणी आई है। बाणी का महात्म अज तो नहीं है, हुण तो सगों मुकदा जा रहा है। मेरे एक सज्जन ने, उन्होंने जदों सेहत करके मुश्किल आई तो कहन लगे ज्ञानी जी हुण मैं सैर करनी शुरू की है। कहते नहीं तो कोई कहता हुंदा सी तो असीं कहंदे हुंदे सी भी असीं नौकर रखिया वो सैर कर आउंदा है साडी थां ते। अज असीं बाणी पढ़न लई बंदे रख ले। मैं बेनती करा, इत्थे एक माता आउंदी है, वो कहती पता मैं अरदास की करती हाँ, वो उम्र है 84 साल।
ਉਹਦੇ ਘਰ ਗੁਰੂ ਗ੍ਰੰਥ ਸਾਹਿਬ ਹੈ। ਵੇਖੋ ਕਿੰਨਾ ਕੁਝ ਮੰਗ ਲੈਂਦੀ ਹੈ। ਉਹ ਇੱਕੋ ਗੱਲ ਕਹਿੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਦਿਨ ਮੇਰੀ ਜ਼ਿੰਦਗੀ ਵਿੱਚ ਨਾ ਆਵੇ ਕਿ ਮੈਂ ਬੈਠੀ ਹੋਵਾਂ ਤੇ ਤੇਰੀ ਸੇਵਾ ਨਾ ਹੋਵੇ। ਇਹਦਾ ਅਰਥ ਕੀ ਹੈ? ਜੋ ਤੰਦਰੁਸਤ ਰਹੇਗੀ ਤੇ ਕਰੇਗੀ ਨਾ। ਵੀ ਤੇਰਾ ਪ੍ਰਕਾਸ਼ ਹੈ ਮੇਰੇ ਘਰ ਵਿੱਚ, ਉਹਦਾ ਤੇ ਵਿਸ਼ਵਾਸ ਹੀ ਹੈ ਵੀ ਇਹ ਘਰ ਹੀ ਉਹਦਾ ਹੈ ਤੇ ਸਾਰੀਆਂ ਦਾਤਾਂ ਹੀ ਉਹਦੀਆਂ ਨੇ। ਉਹਨੇ ਆਪਣੇ ਘਰ ਦੇ ਬਾਹਰ ਗੁਰੂ ਨਾਨਕ ਦੀ ਫੋਟੋ ਲਾਈ, ਤਸਵੀਰ ਲਾਈ ਹੋਈ ਹੈ। ਬਿਲਕੁਲ ਬਾਹਰ ਅੰਦਰ ਗੇਟ ਦੇ ਵੜੋਗੇ, ਸਾਹਮਣੇ ਗੁਰੂ ਨਾਨਕ ਸਾਹਿਬ ਦੀ ਫੋਟੋ ਦੇ ਤੁਹਾਨੂੰ ਦਰਸ਼ਨ ਹੋਣਗੇ। ਹੁਣ ਸਾਨੂੰ ਤੇ ਮੰਗਣਾ ਵੀ ਨਹੀਂ ਆਉਂਦਾ। ਹੁਣ ਇਹਦੇ ਵਿੱਚ ਉਸ ਮਾਤਾ ਨੇ ਤੰਦਰੁਸਤੀ ਵੀ ਮੰਗੀ ਹੈ, ਆਪਣਾ ਸਿਦਕ ਭਰੋਸਾ ਵੀ ਪ੍ਰਗਟਾਇਆ ਹੈ। ਦੁੱਖ ਆਉਂਦੇ ਨੇ, ਸਵਾਲ ਇਹ ਕਿ ਉਹਨਾਂ ਦੁੱਖਾਂ ਨੂੰ ਬਰਦਾਸ਼ਤ ਕਰਨ ਦੀ ਸਾਡੇ ਕੋਲ ਸ਼ਕਤੀ ਹੈ। ਗੱਲ ਤੇ ਸਿਰਫ ਇੰਨੀ ਹੈ, ਅਸੀਂ ਉਲਟੇ ਪਾਸੇ ਤੁਰੇ ਸਾਰਾ ਦਿਨ ਇੱਕੋ ਹੀ ਅਰਦਾਸ ਹੈ, ਮਹਾਰਾਜ ਦੁੱਖ ਨਾ ਦਵੀਂ। ਕਿਉਂ ਬਈ? ਤੇਰੇ ਹਿੱਸੇ ਦੇ ਦੁੱਖ ਉਹ ਕਿਹਦੇ ਘਰ ਟ੍ਰਾਂਸਫਰ ਕਰ ਦੇਵੇ? ਤੇਰੇ ਦੁੱਖ ਤਾਂ ਤੂੰ ਹੀ ਭੋਗਣੇ ਨੇ। ਬਸ ਗੱਲ ਇੰਨੀ ਹੈ ਕਿ ਜੇ ਰੱਬ ਤੈਨੂੰ ਸ਼ਕਤੀ ਦੇਵੇਗਾ, ਬਲ ਦੇਵੇਗਾ, ਤਾਕਤ ਦੇਵੇਗਾ ਤੇ ਤੂੰ ਉਹਨਾਂ ਨੂੰ ਸਹਾਰ ਜਾਏਗਾ, ਤੂੰ ਉਹਦੇ ਵਿੱਚੋਂ ਬਿਲਕੁਲ ਸਹੀ ਸਲਾਮਤ ਸਭ ਥੋਕ ਉਭਾਰੈ ਗੁਰ ਕਾ ਸ਼ਬਦ ਉਚਾਰੇ, ਬਿਲकुल सही सलामत बाहर निकलेगा तू। सतगुरु गुरु ग्रंथ साहिब पातशाह महाराज दे हजूर रोज मत्था टेकण वाले हो, अज बहुत वड्डा दिन है। अज वो पवित्र गुरपुरब है जदों सानू गुरु कलगीधर पिता ने इस नेक कलंक गुरु जुगो जुग अटल गुरु जगत गुरु गुरु ग्रंथ साहब जी दे लड़ लाया सी, जिन्हें रहंदी दुनिया तक साड़ी रहबरी करनी है। हुण वो जो खत्म हो जाएगा, सुनाउंदे हुंदे ने ना ज्ञानी साहब सिंह जी आउंदे अपने कोल, कहंदे कमाई किसी चिट्टे कपड़ियां वाले बाबे कोल गई भज के, जांदियां ने जा मत्था टेकिया, कहन लगी बाबा जी मैं तुहानू गुरु धारण करना है। तो बाबे ने पूछा भी माई बुढ़ी हो गई है, नगुरी तुरी फिरदी है? कहती नहीं बाबा जी, पहला निके निके हुंदे सां उदों गुरु धारण कीता। कहंदे फिर की होया? कहंदे जी वो मर गया। फिर विआह होया, फिर दोवां जियां ने गुरु धारण कीता, फिर की होया? कहंदे वो भी मर गया। तो कोई बाबा हाथ जोड़ के कहन लगा माई अजे मेरी वारी ते आई नहीं, मैनू तो बख्शे, तू किसी होर नूं गुरु धारण कर ला। अगर ये गल आप जी नूं सिक्खी विचों समझ आ जाए, जेड़ा गुरु गुरु नानक दा है वही गुरु साडा है। सिद्धा ने पूछया सी कौन गुरु, किसका तू चेला? सतगुरां ने जवाब दिता सी शब्द गुरु सुरत धुन चेला। इत्थे बाणी गुरु, गुरु है बाणी, विच बाणी अमृत सारे, गुर बाणी कहे सेवक जन मानै, प्रतख गुरु निस्तारे। प्रभ बाणी शब्द सुभाखिया, गावो सुनो पढ़ो नित भाई, गुर पूरे तू राखिया। अज दा जिहड़ा शब्द विचार दा शब्द है, बिलावल राग अंदर गुरु पंजवें पातशाह महाराज साडा मार्ग दर्शन करते ने, एक ओंकार सतगुर प्रसाद।
परमात्मा एक है, एक थां ते नहीं है, वो सारियां थावां ते है, वो सर्व व्यापक है, वो जरे जरे विच रमिया होया है, पर वो गुरु की कृपा तो बिना मिलेगा नहीं। उहदे प्राप्त करन दा जिहड़ा वधिया सौखा तरीका है वो इहो ही है कि तुसी गुरु की कृपा के पात्र बन जाओ भाई। तो फिर गुरु की करेगा? जैसा सतगुर सुनीदा तैसो ही मैं डीठ, विछड़िया मेलै प्रभु हर दरगह का बसीठ। जो सानू साडे डेस्टिनेशन की फ्लाइट मिल जाती है, ट्रेन मिल जाती है, बस मिल जाती है, टैक्सी मिल जाती है, फिर असी सौ जाने आ। तो जिन्ना चिर ना मिले एयरपोर्ट ते भी भजे फिरदे आ, रेलवे स्टेशन ते भी भजे फिरदे आ, बस अड्डे ते भी भजे फिरदे आ, सड़क ते भी भजे ही फिरदे आ। किसी नूं कहो सौ जा, नहीं सौवेगा। पर जदों उसनूं अपने मंजिल का निश्चा हो जाए कि हुण मैं पहुंच जावांगा, वो समान रख के सौ जाता। उन्होंने पता इन्हें उत्थे लैके जाना है। जदों इस गुरु कोल आ गए फिर तुहानूं कोई फिक्र नहीं है, कोई चिंता नहीं है। ये तुहानूं सीधा रब दे घर लैके जाएगा। ये गुरु जिहड़ा है इन्हें तुहानूं भूतां प्रेतां दी जूनियां विच लैके नहीं जाना, इन्हें तुहानूं कीड़ियां मकौड़ियां दियां त्रिगत जूनां विच लैके नहीं जाना, क्योंकि इस गुरु ने तेनों दसना है कि मेरे मोहन श्रवणी ये ना सुनाए। अरदास करया करी कि सच्चे पातशाह मेरे कन्नां विच ये कुछ ना सुनन नूं मिले, ये आवाज, इदां दे बोल, इदां दे शब्द मैं कदे ना सुना। साकत गीत नाद धुन गावत, बोलत बोल अजाए। जिहड़े लोग साकत बोलते ने, साकत गंदे गीत गाउंदे ने, गंदियां उन्हां दीयां ट्यूनां ने, गंदियां उन्हां दीयां तर्जां ने, गंदे उन्हां दे वर्ड ने, शब्द ने, ये मैनूं सुनने वास्ते ना मिलन। इहो ही कहना है कि ये श्रवणों मेरे ओ साचे सुनने नो पठाए, साचे सुनने नो पठाए, शरीर लाए सुनो सत बाणी। जित सुनी मन तन हरिया होवे, वो बाणी सुनो भाई। उस बाणी नूं गाउणा है। ये गुरबाणी गावो भाई, वो सफल सदा सुखदाई। वो तो गाउणी सफल है, वो तो गाउणी सुखदाई है। जो भी कोई मनुख बाणी नूं पढ़ेगा, बाणी नूं सुनेगा, बाणी नूं गाएगा, की होवेगा? सुनते पुनीत, कहते पवित्र। सुनन वाला पुनीत हो जाएगा, कहण वाला पवित्र हो जाएगा। दोनों का प्रॉफिट हो जाएगा, दोनों को बेनिफिट हो जाएगा, दोनों को लाभ हो जाएगा, घाटा किसी को भी नहीं पवेगा। इसे करके सतगुरु कहते सी, खावे खर्चे रल मिल भाई, तोट ना आवे वध दो जाई। इहदे विच किसी को कोई नुकसान नहीं है, इहदे विच किसी का कोई घाटा नहीं है, इहदे विच सब नूं लाभ है। पर गल सिर्फ इन्नी है कि गल सानू समझ आ जाए। दस तो रोज मंगलाचरण के रूप में जदों कथा होनी हुंदी है, ये पंक्तियां पढ़दा है कि यह बाणी जो जीओ जाने, तिस अंतर रवै हर नामा। है कोई भाई जिहड़ा अंदरों आत्मा करके इस बाणी नूं जाने? ये बाणी बिरलो विचारसी जे को गुरमुख होए। ये बाणी महापुरख की। हुण जिहड़े वो
ਕਵਿਤਾਵਾਂ ਗਾਉਂਦੇ ਨੇ, ਉਹਨਾਂ ਨੂੰ ਪੁੱਛੋ ਵੀ ਤੁਹਾਡੀ ਬਾਣੀ ਵੀ ਮਹਾਂਪੁਰਖ ਵਾਲੀ ਬਾਣੀ ਹੈ? ਦੇਖੋ ਮੈਂ ਵੀ ਸ਼ਾਮਲ ਹਾਂ, ਐਵੇਂ ਹੰਨੇ ਹੰਨੇ ਨੂੰ ਅਸੀਂ ਮਹਾਂਪੁਰਖ ਕਹੀ ਜਾਂਦੇ ਆ। ਮਹਾਂਪੁਰਖ ਗੁਰਬਾਣੀ ਨੇ ਪ੍ਰਮਾਤਮਾ ਨੂੰ ਕਿਹਾ। ਤੋ ਸਤਿਗੁਰੂ ਇਸ ਪਾਵਨ ਸ਼ਬਦ ਵਿੱਚ ਸਮਝਾਉਂਦੇ ਨੇ, ਸੇਵਤ ਸੇਵ ਸੇਵ ਸਾਧ ਸੇਵੋਂ ਸਦਾ ਕਰੋ ਕਿਰਤਾਏ। ਪ੍ਰਮਾਤਮਾ ਮੇਰੇ ਤੇ ਕਿਰਪਾ ਕਰ, ਮੈਂ ਤੇਰੇ ਘਰ ਦੀ ਸੇਵਾ ਕਰਾਂ, ਮੈਂ ਗੁਰੂ ਦੀ ਸੇਵਾ ਕਰਾਂ, ਇਹੀ ਕਿਰਤ ਮੇਰੀ ਝੋਲੀ ਵਿੱਚ ਪਾ। ਇੱਕ ਦਿਨ ਸੀਸਗੰਜ ਸਾਹਿਬ, ਹੁਣ ਤੇ ਉਹ ਭਾਜੀ ਉਹਨਾਂ ਦੀ ਰਿਟਾਇਰਮੈਂਟ ਹੋ ਚੁੱਕੀ ਹੈ, ਬੜੇ ਸਨਮਾਨਿਤ ਅਹੁਦੇ ਤੇ ਦਿੱਲੀ ਪੁਲਿਸ ਵਿੱਚ ਸਨ, ਮੇਰੇ ਮਿੱਤਰ ਸਨ। ਹੁਣ ਵੀ ਕਦੇ ਆਉਣ, ਬੜੇ ਪਿਆਰ ਨਾਲ ਮਿਲ ਕੇ ਜਾਂਦੇ ਨੇ। ਮੈਨੂੰ ਕਹਿਣ ਲੱਗੇ, ਗਿਆਨੀ ਜੀ ਤੁਹਾਨੂੰ ਪਤਾ ਹੈ ਤੁਸੀਂ ਜਿੰਨੇ ਆਦਮੀ ਗੁਰਦੁਆਰੇ ਵਿੱਚ ਸੇਵਾ ਕਰਦੇ ਹੋ ਕਿੱਡੇ ਭਾਗਾਂ ਵਾਲੇ ਹੋ। ਭਾਵੇਂ ਕੋਈ ਬਾਹਰ ਡੰਡੇ ਤੇ ਖੜਾ ਹੈ, ਭਾਵੇਂ ਕੋਈ ਬਰਛੇ ਤੇ ਖੜਾ ਹੈ, ਭਾਵੇਂ ਤੁਸੀਂ ਤਾਬਿਆ ਬੈਠੇ ਹੋ। ਮੈਂ ਕਿਹਾ ਜੀ ਹੈ ਹੀ ਹੈ, ਬਿਨਾਂ ਭਾਗਾਂ ਤੋਂ ਤੇ ਏਡੀ ਵੱਡੀ ਸੇਵਾ ਮਿਲਦੀ ਨਹੀਂ ਕਿਸੇ ਨੂੰ। ਕਹਿੰਦਾ ਨਹੀਂ ਗਿਆਨੀ ਜੀ ਤੁਹਾਨੂੰ ਨਹੀਂ ਪਤਾ, ਮੈਂ ਪੁਲਿਸ ਦੀ ਨੌਕਰੀ ਕਰਦਾ, ਮੈਨੂੰ ਪਤਾ ਹੈ। ਕਹਿੰਦੇ ਸਾਨੂੰ ਪਤਾ ਹੁੰਦਾ ਹੈ ਕਿ ਜਿਸ ਆਦਮੀ ਦਾ ਮੈਂ ਅੰਗ ਰੱਖੇਗਾ, ਮੈਂ ਬਾਡੀਗਾਰਡ ਆ, ਉਹ ਅੰਦਰ ਬੈਠਾ ਗੰਦੇ ਕੰਮ ਕਰ ਰਿਹਾ ਹੈ। ਕਹਿੰਦਾ ਮੈਂ ਫਿਰ ਵੀ ਬੰਦੂਕ ਲੈ ਕੇ ਖਲੋਤਾ ਆਇਆ। ਤੇ ਤੁਸੀਂ ਉਸ ਦਰਬਾਰ ਦੇ ਹੋ ਜਿੱਥੇ ਦੀਨ ਦੁਨੀਆ ਦਾ ਪਾਤਸ਼ਾਹ ਆਪ ਪ੍ਰਕਾਸ਼ਮਾਨ ਹੈ। ਨੌਕਰੀ ਤੁਹਾਡੀ ਵੀ ਹੈ, ਨੌਕਰੀ ਸਾਡੀ ਵੀ ਹੈ, ਤਨਖਾਹ ਤੁਸੀਂ ਵੀ ਲੈਂਦੇ ਹੋ, ਤਨਖਾਹ ਅਸੀਂ ਵੀ ਲੈਂਦੇ ਆ, ਪਰ ਤੁਹਾਡੀ ਤੇ ਸਾਡੀ ਨੌਕਰੀ 'ਚ ਫਰਕ ਬਹੁਤ ਹੈ। ਸਾਡੀ ਨੌਕਰੀ ਅੱਛੀ ਨਹੀਂ ਹੈ, ਤੁਹਾਡੀ ਬਹੁਤ ਅੱਛੀ ਹੈ। ਮੈਂ ਤਾਂ ਆਪਣੇ ਸਾਰੇ ਸਟਾਫ ਨੂੰ, ਵੀਰਾਂ ਨੂੰ ਰੋਜ਼ ਕਹਿੰਦਾ, ਸਾਡੇ ਅੰਦਰ ਇਸ ਗੱਲ ਦਾ ਸਵੈਮਾਨ ਹੋਣਾ ਚਾਹੀਦਾ ਹੈ। ਖਾਣੀਆਂ ਤੇ ਦੋ ਰੋਟੀਆਂ ਹੀ ਨੇ, ਪਾਲਣੇ ਤੇ ਬੱਚੇ ਹੀ ਨੇ ਨਾ। ਸੰਸਾਰਕ ਤੌਰ ਤੇ ਇੰਨੀਆਂ ਕੀ ਲੋੜਾਂ ਨੇ ਬੰਦੇ ਦੀਆਂ, ਪਰ ਜੇ ਦੀਨ ਦੁਨੀਆ ਦੇ ਪਾਤਸ਼ਾਹ ਦੇ ਦਰ ਤੇ ਬਹਿ ਕੇ ਹੋ ਜਾਏ ਤਾਂ ਹੋਰ ਕੀ ਚਾਹੀਦਾ। ਮੈਂ ਤੇ ਹਮੇਸ਼ਾ ਕਥਾ ਵਿੱਚ ਕਹਿਣਾ ਕਿ ਇਸ ਬਾਣੀ, ਇਸ ਸ਼ਬਦ ਕਰਕੇ ਜਿੱਥੇ ਸੰਸਾਰੀ ਲੋਕ ਲੰਮੇ ਪੈ ਕੇ ਪੈਸੇ ਖਰਚ ਕੇ ਵਿਦੇਸ਼ਾਂ ਨੂੰ ਜਾਂਦੇ ਨੇ, ਮੇਰੇ ਵਰਗੇ ਨਾਮ ਧਰੀਕ ਬੜੇ ਸਨਮਾਨ ਨਾਲ ਜਹਾਜ਼ 'ਚ ਬਹਿ ਕੇ ਚਲੇ ਜਾਂਦੇ ਨੇ। ਆਪ ਜੀ ਨੂੰ ਪਤਾ ਹੈ ਅੱਜ ਵੀ ਕੈਨੇਡਾ ਦੀ ਅੰਬੈਸੀ ਕਿਸੇ ਪ੍ਰੀਸਟ ਕੋਲੋਂ, ਕਿਸੇ ਪ੍ਰੀਚਰ ਕੋਲੋਂ ਫੀਸ ਨਹੀਂ ਜੇ ਲੈਂਦੀ। ਉਹ ਕਹਿੰਦੇ ਨਹੀਂ, ਇਹ ਧਰਮ ਦੇ ਪ੍ਰਚਾਰਕ ਨੇ। ਹੁਣ ਇੰਨਾ ਪ੍ਰਾਊਡ ਹੋਣਾ, ਇੰਨਾ ਮਾਣ ਹੋਣਾ, ਅੱਜ ਦੇ ਸ਼ਬਦ ਦੀ ਅਰਦਾਸ ਹੈ, ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ। ਪ੍ਰਮਾਤਮਾ ਮੈਂ ਸਦਾ ਇਹੋ ਹੀ ਕਿਰਤ ਕਰਾਂ, ਮੈਨੂੰ ਕਿਤੇ ਹੋਰ ਜਾਣਾ ਨਾ ਪਵੇ। ਅਭੈ ਦਾਨ ਪਾਵੋ ਪੁਰਖ ਦਾਤੇ, ਮਿਲ ਸੰਗਤ ਹਰ ਗੁਣ ਗਾਏ। ਮੈਨੂੰ ਅਭੈ ਪਦਵੀ ਦੇ, ਮੈਂ ਦੁਨੀਆ ਤੋਂ ਡਰਾਂ ਨਾ ਕਿਸੇ ਕੋਲੋਂ, ਇਹ ਮੈਨੂੰ ਪਦਵੀ ਦੇ ਦੇ। ਮੈਂ ਸੰਗਤ ਵਿੱਚ ਰਵਾਂ, ਮੈਂ ਤੇਰੇ ਗੁਣ ਗਾਵਾਂ। ਰਸਨਾ ਅਗੈ ਅਗੈ ਗੁਣ ਰਾਤੀ, ਨੈਣ ਦਰਸ ਰੰਗ ਲਾਏ। ਇਹ ਜੀਭਾ ਦਿਨ ਰਾਤ ਤੇਰੇ ਗੁਣ ਗਾਉਂਦਿਆਂ ਰਤੀ ਰਵੇ। ਇਹ ਨੇਤਰ ਤੇਰੇ ਦਰਸ਼ਨ ਕਰ ਕਰਕੇ ਰੰਗੇ ਰਹਿਣ। ਹੋ ਕਿਰਪਾਲ ਦੀਨ ਦੁੱਖ ਭੰਜਨ, ਮੋਹਿ ਚਰਨ ਹਿਰਦੈ ਵਸਾਏ। ਕਿਰਪਾਲੂ ਹੋਵੋ ਪ੍ਰਮਾਤਮਾ ਜੀ, ਆਪਣੇ ਚਰਨ ਮੇਰੇ ਹਿਰਦੇ ਵਿੱਚ ਟਿਕਾ ਦਿਓ, ਸਦਾ ਮੇਰੇ ਹਿਰਦੇ ਵਿੱਚ ਆ ਕੇ ਵਸ ਜਾਓ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ
ਸਫਲ ਹਮਾਰੇ, ਸਾਰੇ ਕੰਮ ਆਪੇ ਹੀ ਹੋ ਜਾਣਗੇ ਭਾਈ। यही एकमात्र तरीका है। सब हूं तले तले सब ऊपर ए दृष्ट दृष्टाए। मैं अपने आप ਨੂੰ ਸਾਰਿਆਂ ਤੋਂ ਨੀਵਾਂ ਸਮਝਾਂ, ਸਾਰਿਆਂ ਨੂੰ ਆਪਣੇ ਤੋਂ ਉੱਚਾ ਸਮਝਾਂ, ਇਦਾਂ ਦੀ ਮੇਰੀ ਦ੍ਰਿਸ਼ਟੀ ਮੇਰੀ ਨਜ਼ਰ ਬਣਾ ਦੇ। ਅਭਮਾਨ खोए 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 खोई ਹਉ ਮੋਕੋ ਸਤਿਗੁਰ ਮੰਤਰ ਦ੍ਰਿੜਾਏ। ਮੇਰਾ ਹੰਕਾਰ ਖਤਮ ਹੋ ਜਾਏ। गुरु मैनू इदां दा शब्द दृढ़ करा दे, ये मंत्र पढ़ा दे कि मेरी हौमे जिहड़ी है वो खत्म हो जाए। अतुल 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 नै तुलीए भगत वशल कृपाए। भगती नू प्यार करन वालिया परमात्मा तैनू तोलिया नहीं जा सकता। तू अतुल है, तू अतुल है, तू अतुल है। 3 वारी लिखिया है। तैनू तोल के नहीं को दस सकता तू किड्डा वड्डा है, तू किन्ना भारा है। जो जो शरण परियो गुरु नानक अपै दान सुख पाए। ये मैनू पता है जिहड़ा तेरी शरण विच आया है उन्होंने सुख भी मिले है, उन्होंने अपै दा दान भी मिले है। वो नहीं किसी तो डरिया मुड़ के, उन्होंने डरन की लोड़ नहीं है। पर यह दात कित्थों मिलेगी? ਜਦੋਂ ਅਸੀਂ ਪ੍ਰਭੂ ਦੀ ਸ਼ਰਨ ਵਿੱਚ ਜਾਵਾਂਗੇ। ਸ਼ਰਨ ਵਿੱਚ ਕਿਵੇਂ ਜਾਵਾਂਗੇ? ਜੇ ਇਦਾਂ ਦੀ ਅਰਦਾਸ ਆ ਕੇ ਰੋਜ਼ ਕਰਾਂਗੇ ਕਿ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ, ਇਹ ਚੀਜ਼ਾਂ ਮੈਨੂੰ ਸੁਣਨ ਵਾਸਤੇ ਨਾ ਮਿਲਣ, ਮੈਂ ਤੇਰੇ ਦਰਸ਼ਨ ਕਰਾਂ, ਮੈਂ ਤੇਰੀ ਸੇਵਾ ਕਰਾਂ, ਮੈਂ ਤੇਰੀ ਬਾਣੀ ਪੜ੍ਹਾਂ, ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਸਮਝਾਂ, ਸਾਰਿਆਂ ਨੂੰ ਆਪਣੇ ਆਪ ਤੋਂ ਉੱਚਾ ਮੰਨ ਲਵਾਂ। ਇਹ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। सो एक बार फिर सारिਆਂ ਨੂੰ गुरु ग्रंथ साहिब पातशाह महाराज जी दे गद्दी निशीनी गुरता गद्दी गुरपुरब दी लख लख वधाई। सतगुरु रहमत करन आपां सारे पावन गुरपुरब चाह उमा शरधा सत्कार दे नाल मनाया करिए। भुल्लां मेरियां ने खिमा कर देनियां। उपदेश सतगुरु जी दा है, अपने पल्ले बन लेना। भुल्लां बख्शो जी, फतेह बुलाओ। वाहिगुरु जी का खालसा वाहिगुरु जी की फतेह। वाहिगुरु जी राम कलई।